स्वागत है पीडीसी न्यूज़ विस्तार दर्शकों का। मैं हरप्रीत सिंह, तुम देख रहे हो कि ईआई वार्ता केबल्स विचार तकरार। एक अहम मुद्दे ते विचार चर्चा लेके हाजिर हाँ। अज का दिन बड़ा खास है, आज़ादी परवानियां के लिए भी बड़ा खास दिन है। भगत सिंह बारे बहुत कुछ लिखा गया, भगत सिंह बारे बहुत कुछ दिखाया गया, भगत सिंह बारे बहुत कुछ सुनिया भी है असी, पर बहुत सारी गल्लां हजे भी अजिहियां ने जिहड़ियां भगत सिंह दे नाल जुड़ियां हुई ने, जिहड़ियां साडे तक नहीं पहुंचदियां। लंबियां कहानियां ने, उहदी सोच किस तरह की सी, भगत सिंह होरी की सोचते सी, किस तरह का समाज सोचते सी। बड़े सारे लोग भगत सिंह की पिस्टल वाली फोटो अपने बैडरूमां दे विच भी लगाते हैं, गड्डियां कारां दे विच भी लगाते हैं कि वो वाकई हिंसा नूं प्रेरित करता सी या हिंसा नूं वधाउण दी गल करता सी। इस बारे भी अज चर्चा करांगे और क्यों पिस्टल उसनूं चुकनी पई, की पिस्टल चुकण दा उसनूं अफसोस भी सीगा, इस बारे भी चर्चा करांगे। और वो पिस्टल है कि वो पिस्टल जनतक हैगी है, इस बारे भी चर्चा करांगे। और अज वो खास मेहमान साडे नाल जुड़े हुए ने जिन्हां ने भगत सिंह की पिस्टल लभी है। इस तो वड्डी अचीवमेंट होर की हो सकती है कि वो आज़ादी के परवाने, वो साडे रोल मॉडल जिन्हां नाल संबंधित चीज़ां ने जिहड़ियां वो जन जन तक पहुंचाणियां साडी जिम्मेवारी हुंदी है, पर वो किते इतिहास के ढेर के हेठां दब के रहेगी। उस इतिहास के ढेर हेठों कढ के जनतक कीती वो पिस्टल, वो शख्सियत साडे नाल मौजूद ने। साडे नाल जुपिंदरजीत सिंह मौजूद ने, सीनियर पत्रकार ने, लेखक भी ने, और जिन्हां ने डिस्कवरी की उस पिस्टल की। बड़ी लंबी कहानी है और मैं तुहानूं गारंटी नाल कहना कि अगले कुछ मिनट साडे नाल बने रहो, थोड़े रोंगटे खड़े हो जाएंगे पूरी कहानी सुन के कि किवें भगत सिंह की पिस्टल इन्हां ने लभी है, या भगत सिंह की विचारधारा की सी, भगत सिंह किस तरह की शख्सियत सी। वो तमाम आपां गल्लां इन्हां करांगे। इन्हां ने एक किताब भी लिखी है जुपिंदरजीत सिंह होरां ने, डिस्कवरी ऑफ भगत सिंह पिस्टल एंड हिज अहिंसा। ये उन्हां दी किताब हैगी। इस किताब बारे भी चर्चा करांगे और तुहानूं बड़े इंटरस्टिंग फैक्ट्स ਅੱਜ ਸੁਣਨ ਨੂੰ ਮਿਲਣਗੇ ਅੱਜ ਦੀ ਇਸ ਇੰਟਰਵਿਊ ਦੇ ਵਿੱਚ। ਬਹੁਤ ਬਹੁਤ ਸਵਾਗਤ ਹੈ ਜੁਪਿੰਦਰ ਜੀ ਤੁਹਾਡਾ। ਇਹ ਤੁਹਾਡੀ ਕਿਤਾਬ ਪਹਿਲਾਂ ਤੁਸੀਂ ਆਪਣੇ ਕੋਲ ਰੱਖੋ, ਫਿਰ ਆਪਾਂ ਚਰਚਾ ਨੂੰ ਅੱਗੇ ਵਧਾਉਂਦੇ। ਜੁਪਿੰਦਰ ਜੀ, ਬੜੇ ਸਾਰੇ ਇੱਕ ਪੱਤਰਕਾਰ ਜਦੋਂ ਹੁੰਦਾ ਉਹਦੇ ਸਾਹਮਣੇ ਬਹੁਤ ਸਾਰਾ ਕੁਝ ਚੱਲ ਰਿਹਾ ਹੁੰਦਾ, ਬੜੇ ਸਾਰੇ ਟੌਪਿਕਸ ਹੁੰਦੇ ਨੇ। ਕਿਉਂ ਤੁਹਾਡੇ ਜ਼ਿਹਨ ਦੇ ਵਿੱਚ ਆਇਆ ਕਿ ਮੈਂ ਇਹ ਟੌਪਿਕ ਚੁਣਾ, ਭਗਤ ਸਿੰਘ ਦੀ ਪਿਸਟਲ ਕਿੱਥੇ ਹੈ ਚੁਣਾ? ਇੱਕ ਇਹ ਕਿਸੇ ਤੋਂ ਪ੍ਰੇਰਨਾ ਲਈ ਤੁਸੀਂ, ਜਾਂ ਕਈ ਵਾਰ ਹੁੰਦਾ ਕਿ ਤੁਹਾਡਾ ਕੋਈ ਰੋਲ ਮਾਡਲ ਹੈ, ਉਸ ਰੋਲ ਮਾਡਲ ਬਾਰੇ ਮੈਂ ਪੜ੍ਹਦਾ ਰਿਹਾ, ਲਿਖਦਾ ਰਿਹਾ, ਫਿਰ ਮੈਨੂੰ ਫੁਰਨਾ ਆਇਆ ਕਿ ਯਾਰ ਇਹਨਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਦੇਖਣੀਆਂ ਚਾਹੀਦੀਆਂ। ਇਹ ਦਿਮਾਗ ਦੇ ਵਿੱਚ ਕਿੱਥੋਂ ਆਇਆ? ਬਿਲਕੁਲ ਜੀ, ਥੈਂਕ ਯੂ ਮੈਨੂੰ ਇੱਥੇ ਇਨਵਾਈਟ ਕਰਨ ਦੇ ਲਈ। ਭਗਤ ਸਿੰਘ ਜੀ ਤਾਂ ਆਪਣੇ ਸਾਰਿਆਂ ਦੇ ਰੋਲ ਮਾਡਲ ਨੇ ਐਂਡ ਬਚਪਨ ਤੋਂ ਉਹਨਾਂ ਬਾਰੇ ਪੜ੍ਹਦੇ ਤੇ ਸੁਣਦੇ ਆਏ ਹੈਗੇ ਆ। ਪਰ ਐਜ਼ ਅ ਜਰਨਲਿਸਟ ਮੈਂ ਉਹਨਾਂ ਦੇ ਬਾਰੇ ਜਦੋਂ 2005-6 ਦੇ ਵਿੱਚ ਮੈਂ ਲੁਧਿਆਣੇ ਪੋਸਟਡ ਸੀ ਐਜ਼ ਕ੍ਰਾਈਮ ਰਿਪੋਰਟਰ, ਉਦੋਂ ਕੁਝ ਅਖਬਾਰਾਂ ਵਿੱਚ ਲੇਖ ਆਏ ਸੀਗੇ ਕਿ ਭਗਤ ਸਿੰਘ ਦੀ ਕੁਝ ਚੀਜ਼ਾਂ ਗੁੰਮ ਨੇ, ਜਿਨ੍ਹਾਂ ਵਿੱਚੋਂ ਕਿ ਇੱਕ ਉਹਨਾਂ ਦੀ ਪਿਸਟਲ ਵੀ ਗੁੰਮ ਹੈ। ਸੋ ਮੈਨੂੰ ਲੱਗਿਆ ਕਿ ਮੈਂ ਕ੍ਰਾਈਮ ਰਿਪੋਰਟਰ ਹਾਂ ਅਤੇ ਮੈਂ ਫਿਲੌਰ ਪੁਲਿਸ ਅਕੈਡਮੀ, ਜਿੱਥੇ ਕਿ ਉਹ ਪਿਸਟਲ ਹੋਣੀ ਚਾਹੀਦੀ ਸੀਗੀ, ਉੱਥੇ ਮੈਂ ਜਾਂਦਾ ਸੀਗਾ, ਕਵਰੇਜ ਲਈ ਜਾਂਦਾ ਸੀ ਤੇ ਮੈਂ ਉਹਨੂੰ ਲੱਭ ਸਕਦਾ। ਪਰ ਉਦੋਂ ਮੈਂ ਉਹਦੇ ਬਾਰੇ ਕੁਝ ਵੀ ਮੈਨੂੰ ਜ਼ਿਆਦਾ ਲੀਡਸ ਨਹੀਂ ਮਿਲ ਸਕਿਆ, ਨਾ ਮੈਨੂੰ ਪੁਲਿਸ ਡਿਪਾਰਟਮੈਂਟ ਨੇ ਇੰਨਾ ਸਪੋਰਟ ਕੀਤੀ। ਮੈਂ ਬੜਾ ਜੂਨੀਅਰ ਲੈਵਲ ਦਾ ਰਿਪੋਰਟਰ ਸੀਗਾ, ਇੰਨਾ ਐਕਸਪੀਰੀਅੰਸ ਵੀ ਨਹੀਂ ਸੀਗਾ ਮੈਨੂੰ। ਫਿਰ ਸਾਲ 2016 ਦੇ ਵਿੱਚ ਟ੍ਰਿਬਿਊਨ ਨੇ ਇੱਕ ਸੀਰੀਜ਼ ਕੀਤੀ ਭਗਤ ਸਿੰਘ ਦੀ ਗੁੰਮੀਆਂ ਹੋਈਆਂ ਚੀਜ਼ਾਂ ਦੇ ਬਾਰੇ, ਮੇਰੇ ਕੁਲੀਗ ਸਾਰਿਕਾ ਸ਼ਰਮਾ ਨੇ ਕੀਤੀ ਸੀਗੀ। ਉਹਦੇ ਜਿਹੜਾ ਲਾਸਟ ਪਾਰਟ ਸੀਗਾ ਉਹ ਸੀਗਾ ਕਿ ਵੇਅਰ ਇਜ਼ ਭਗਤ ਸਿੰਘ ਪਿਸਟਲ। ਅੱਛਾ। ਤੇ ਉਸ ਲੇਖ ਦੇ ਵਿੱਚ ਭਗਤ ਸਿੰਘ ਦੀ ਪਿਸਟਲ ਦਾ ਨੰਬਰ ਦਿੱਤਾ ਹੋਇਆ ਸੀ 168896 16896। ਸੋ ਜੋ ਇਹ ਨੰਬਰ ਮੇਰੇ ਕੋਲ ਪਹਿਲਾਂ ਨਹੀਂ ਸੀ, ਜਦੋਂ ਮੈਂ ਪਹਿਲਾਂ ਇਹਦੀ ਤਲਾਸ਼ ਕੀਤੀ ਸੀ 2005-6 ਦੇ ਵਿੱਚ, ਉਦੋਂ ਵੀ ਮੈਂ ਤੇ ਬੜੇ ਐਕਸਪਰਟਸ ਨੂੰ ਮਿਲਿਆ। ਹਰ ਪਿਸਟਲ ਦਾ ਯੂਨੀਕ ਨੰਬਰ ਹੁੰਦਾ? ਹਾਂਜੀ ਬਿਲਕੁਲ, ਦੁਨੀਆ ਦੀ ਕੋਈ ਵੀ ਪਿਸਟਲ ਹੈਗੀ ਆ ਉਹਦਾ ਇੱਕ ਯੂਨੀਕ ਨੰਬਰ ਹੁੰਦਾ ਹੈਗਾ, ਉਹਦੇ ਇੱਕ ਯੂਨੀਕ ਮਾਰਕਸ ਹੁੰਦੇ ਨੇ ਜਿਸ ਨੂੰ ਫੋਰੈਂਸਿਕ ਐਵੀਡੈਂਸ ਚਾਹੁੰਦਾ ਹੈ। ਤੇ ਇਹ ਪਿਸਟਲ ਹੈ ਜਿਵੇਂ ਮੈਂ ਤੁਹਾਨੂੰ ਅੱਗੇ ਦੱਸਾਂਗਾ ਕਿ ਕਿਵੇਂ ਸਭ ਤੋਂ ਪਹਿਲੀ ਵਾਰ ਇਹਦੀ ਫੋਰੈਂਸਿਕ ਜਾਂਚ ਹੋਈ। ਚਲੋ ਆਪਾਂ ਸ਼ੁਰੂਆਤ ਉੱਥੋਂ ਹੀ ਕਰਦੇ ਹਾਂ, ਆਪਾਂ ਡਿਸਕਵਰੀ ਤੇ ਬਾਅਦ ਚ ਆਉਂਦੇ ਹਾਂ। ਥੋੜਾ ਜਿਹਾ ਤੁਸੀਂ ਜਦੋਂ ਰਿਸਰਚ ਕੀਤੀ, ਤੁਸੀਂ ਬਹੁਤ ਪੜ੍ਹਿਆ ਭਗਤ ਸਿੰਘ ਬਾਰੇ, क्यों वो प्रेरित हुए हिंसा दे लई? क्यों उन्होंने पिस्टल चुकी? क्यों उन्होंने गोलियां मारियां? वो इंसीडेंट किवें होया? बड़े सारे लोग इत्थों तक कहते हैं कि वो इत्तेफाक दे नाल होया, मारना किसी होर नूं सी, मारिया किसी होर नूं गया, जिसका अफसोस भगत सिंह होरां नूं भी रहा, ताउम्र अफसोस भी रहा। और इत्थों तक भी जानकारी मिली है कि भगत सिंह बारे किसी नूं पता ही नहीं सीगा कि ये कतल जिहड़ा भगत सिंह या उसके साथियों ने कीता है, ये खुद उन्होंने जो मन्निया कि ये कतल असी कीता है, उसकी जिम्मेवारी ਲਈ, ਉਸ ਤੋਂ ਬਾਅਦ ਉੱਥੋਂ ਦੀ ਸਰਕਾਰ ਨੂੰ ਪਤਾ ਲੱਗਿਆ। ਇਸ ਬਾਰੇ ਥੋੜੀ ਦੱਸੋ ਜਾਣਕਾਰੀ। ਬਿਲਕੁਲ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਇਹ ਉਹਨਾਂ ਨੇ ਦਸੰਬਰ 17 1928 ਦੇ ਵਿੱਚ ਸੌਂਡਰਸ ਨੂੰ ਮਾਰਿਆ ਸੀਗਾ ਲਾਹੌਰ ਥਾਣੇ ਦੇ ਬਾਹਰ। ਰਾਜਗੁਰੂ ਅਤੇ ਭਗਤ ਸਿੰਘ ਨੇ ਤੇ ਚੰਦਰ ਸ਼ੇਖਰ ਆਜ਼ਾਦ ਨੇ ਉਹਨਾਂ ਨੂੰ ਕਵਰਿੰਗ ਸਪੋਰਟ ਦਿੱਤੀ ਸੀ ਇਹਦੇ ਵਿੱਚ। ਇਹ ਇਹਨਾਂ ਦਾ ਜੋ ਪਲੈਨਿੰਗ ਸੀਗੀ ਮਰਡਰ ਕਰਨ ਦੀ, ਉਹ ਇਸ ਕਰਕੇ ਪਲੈਨਿੰਗ ਸੀ ਕਿ ਇੰਡੀਅਨ ਇੰਡੀਪੈਂਡੈਂਸ ਮੂਵਮੈਂਟ
ਕਾਫੀ ਸਾਲਾਂ ਤੋਂ ਚੱਲਦੀ ਆ ਰਹੀ ਸੀ ਪਰ ਉਸ ਦਾ ਨਤੀਜਾ ਨਹੀਂ ਨਿਕਲ ਰਿਹਾ ਸੀ। ਸੋ ਕਾਫੀ ਯੂਥ ਜਿਨ੍ਹਾਂ ਚੋਂ ਕਾਨਪੁਰ, ਇਲਾਹਾਬਾਦ, ਬੰਗਾਲ ਅਤੇ ਪੰਜਾਬ ਦੇ ਜਿਹੜੇ ਖਾਸ ਕਰ ਯੂਥ ਸੀਗੇ ਉਹਨਾਂ ਨੂੰ ਗਰਮ ਖਿਆਲੀ ਸੀਗੇ ਤੇ ਉਹ ਇਹ ਸੋਚਦੇ ਸੀਗੇ ਕਿ ਜਿੰਨੀ ਦੇਰ ਤੱਕ ਅੰਗਰੇਜ਼ਾਂ ਨੂੰ ਹਿਲਾਇਆ ਨਹੀਂ ਜਾਏਗਾ, ਜਿੰਨੀ ਦੇਰ ਤੱਕ ਉਹਨਾਂ ਦੇ ਕੰਨ ਵਿੱਚ ਧਮਾਕਾ ਨਹੀਂ ਕੀਤਾ ਜਾਏਗਾ, ਉਨੀ ਦੇਰ ਤੱਕ ਇਸ ਸਾਨੂੰ ਆਜ਼ਾਦੀ ਨਹੀਂ ਮਿਲ ਸਕਦੀ। ਤੇ ਉਹ ਬਹੁਤ ਐਂਟੀ ਕਾਂਗਰਸ ਐਂਡ ਐਂਟੀ ਜਵਾਹਰ ਲਾਲ ਨਹਿਰੂ ਸੀਗੇ। ਭਗਤ ਸਿੰਘ ਇੱਕ ਡਿਫਰੈਂਟ ਸੀਗਾ ਬਿਕੋਜ਼ ਜਿੰਨਾ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਪੜ੍ਹੇ ਲਿਖੇ ਸੀ ਉਨੇ ਹੀ ਭਗਤ ਸਿੰਘ ਨੇ ਵੀ ਕਿਤਾਬਾਂ ਪੜ੍ਹੀਆਂ ਨੇ। ਜਦੋਂ ਜੇਲ੍ਹ 'ਚ ਸੀਗੇ ਉਹਨਾਂ ਨੇ 356 ਕਿਤਾਬਾਂ ਪੜ੍ਹੀਆਂ ਨੇ ਜੋ ਉਹਨਾਂ ਦੇ ਰਿਕਾਰਡ ਵਿੱਚ ਹੈ। ਜੋ ਕੇਸ ਇੰਨੀ ਛੋਟੀ ਉਮਰ ਤੇ ਮੁਸ਼ਕਿਲ ਨਾਲ 2 ਸਾਲ ਸੀਗੇ ਜੇਲ੍ਹ ਦੇ ਵਿੱਚ, ਉਹਦੀ ਵੀ ਅਲੱਗ ਕਹਾਣੀ ਹੈ। ਪਰ ਖੈਰ, ਸੋ ਭਗਤ ਸਿੰਘ ਹੋਣਾ ਨੇ ਆਜ਼ਾਦੀ ਦੀ ਮੂਵਮੈਂਟ ਦੇ ਵਿੱਚ ਲਾਲਾ ਲਾਜਪਤ ਰਾਏ ਦੇ ਉੱਤੇ ਜਦੋਂ ਸਾਈਮਨ ਕਮਿਸ਼ਨ ਆਇਆ ਤੇ ਲਾਲਾ ਲਾਜਪਤ ਰਾਏ ਅਤੇ ਬਾਕੀ ਫਰੀडम ਫਾਈਟਰਸ ਉਸ ਨੂੰ ਅਪੋਜ਼ ਕਰ ਰਹੇ ਸੀਗੇ, ਉਦੋਂ ਉਹਨਾਂ ਦੇ ਉੱਤੇ ਲਾਠੀ ਚਾਰਜ ਹੋਇਆ ਜਿਸ ਦਾ ਕਿ ਆਰਡਰ ਦਿੱਤਾ ਸੀਗਾ ਸਕਾਟ ਨੇ, ਐਸਪੀ ਪੁਲਿਸ ਨੇ, ਅਤੇ ਅਸਿਸਟੈਂਟ ਜਿਹੜੇ ਉਹਨਾਂ ਦੇ ਸੀਗੇ ਸੌਂਡਰਸ ਨੇ, ਉਹਨਾਂ ਨੇ ਲਾਠੀਆਂ ਵੀ ਬਰਸਾਈਆਂ ਜਿਸ ਕਰਕੇ ਲਾਲਾ ਜੀ ਦੀ ਇੱਕ ਮਹੀਨੇ ਬਾਅਦ ਉਹਨਾਂ ਦੀ ਡੈਥ ਹੋ ਗਈ ਸੀ ਇੰਜਰੀਜ਼ ਤੋਂ। ਉਦੋਂ ਕਾਫੀ ਵੰਗਾਰਿਆ ਗਿਆ। 2 ਵੂਮਨ ਫਰੀडम ਫਾਈਟਰ ਸੀਗੀਆਂ ਬੰਗਾਲ ਤੋਂ, ਉਹਨਾਂ ਨੇ ਕਿਹਾ ਕਿ ਕੀ ਪੰਜਾਬੀ ਮੁੰਡਿਆਂ ਨੇ ਚੂੜੀਆਂ ਪਾ ਲੀਆਂ ਕਿ ਮੈਨੂੰ ਪਿਸਤੌਲ ਲੈ ਕੇ ਦਿਓ, ਮੈਂ ਜਾ ਕੇ ਬਦਲਾ ਲਵਾਂਗੀ। ਸੋ ਭਗਤ ਸਿੰਘ ਨੇ ਕਿਹਾ ਕਿ ਨਹੀਂ, ਇਸ ਦਾ ਬਦਲਾ ਅਸੀਂ ਲਵਾਂਗੇ। ਸੋ ਜਿਹੜੀ ਉਹਨਾਂ ਦੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਆਰਮੀ ਬਣੀ ਹੋਈ ਸੀਗੀ, ਸੋ ਉਸਨੇ ਸਾਰਾ ਪਲਾਨ ਕੀਤਾ ਐਂਡ ਉਹਨਾਂ ਨੇ ਪਲਾਨ ਕੀਤਾ ਕਿ ਅਸੀਂ ਸਕਾਟ ਨੂੰ ਮਾਰਾਂਗੇ ਐਂਡ ਸਕਾਟ ਨੂੰ ਉਹਨਾਂ ਨੇ ਰਾਜਗੁਰੂ ਨੇ ਵਾਰਨਿੰਗ ਫਾਇਰ ਮਾਰਨਾ ਸੀਗਾ ਜੋ ਪਹਿਚਾਣ ਕੇ ਉਸ ਨੂੰ ਅਤੇ ਜਤਿਨ ਸੀਗੇ ਉੱਥੇ ਜਿਹੜੇ ਬਾਅਦ ਚ ਅਪਰੂਵਰ ਬਣ ਗਏ ਐਂਡ ਸੋ ਉਹਨਾਂ ਨੇ ਗਲਤੀ ਨਾਲ ਸੌਂਡਰਸ ਨੂੰ ਸਕਾਟ ਦੀ ਤਰ੍ਹਾਂ ਪਹਿਚਾਣ ਲਿਆ ਤੇ ਗੋਲੀ ਚਲਾ ਦਿੱਤੀ। ਮਾਰਨਾ ਸੀ ਸਕਾਟ ਨੂੰ ਪਰ ਪਛਾਣ ਗਲਤ ਹੋ ਗਈ ਪਰ ਹਾਂ ਉਹ ਸੌਂਡਰਸ ਵੀ ਪੂਰਾ ਇਨਵੋਲਵ ਸੀਗਾ ਉਹਦੇ ਵਿੱਚ। ਜ਼ਿੰਮੇਵਾਰ ਦੋਨੋਂ ਹੀ ਸੀਗੇ। ਜਦੋਂ ਰਾਜਗੁਰੂ ਨੇ ਪਹਿਲੀ ਫਾਇਰ ਕੀਤਾ ਤਾਂ ਸੌਂਡਰਸ ਥੱਲੇ ਗਿਰ ਗਿਆ, ਮੋਟਰਸਾਈਕਲ ਤੋਂ ਆ ਰਿਹਾ ਸੀਗਾ ਉਹ, ਤੇ ਫਿਰ ਉਸ ਤੋਂ ਭਗਤ ਸਿੰਘ ਨੇ ਉਹਦੇ ਬਿਲਕੁਲ ਉੱਪਰ ਆ ਕੇ ਉਸ ਤੇ 5 ਗੋਲੀਆਂ ਮਾਰੀਆਂ ਤੇ ਉਹਨਾਂ ਦੇ 9 ਪਿਸਟਲ ਦੇ ਵਿੱਚ 9 ਗੋਲੀਆਂ ਸੀਗੀਆਂ। US ਕੋਲਟ .32 ਸੈਮੀ ਆਟੋਮੈਟਿਕ ਪਿਸਟਲ ਹੈਗਾ ਉਹ। ਸੋ ਉਹਨਾਂ ਨੇ 5 ਮਾਰ ਦਿੱਤੀਆਂ ਤੇ 6ਵੀਂ ਉਹਨਾਂ ਦੀ ਫਸ ਗਈ ਸੀਗੀ ਉਹਦੇ ਵਿੱਚ ਪਿਸਟਲ। ਫਿਰ ਉਸ ਤੋਂ ਬਾਅਦ ਉਹ ਉੱਥੋਂ ਦੇ ਪਿੱਛੇ ਕਾਲਜ ਵਿੱਚ ਭੱਜੇ ਤੇ ਇਹ ਜੇ ਨਾ ਗੋਲੀ ਫਸਦੀ ਤਾਂ 9 ਦੀਆਂ 9 ਮੇਰੇ ਖਿਆਲ 9 ਦੇ 9 ਚ ਉਹਨਾਂ ਨੇ ਖਾਲੀ ਕਰ ਦੇਣੇ ਸੀਗੇ। ਐਂਡ ਫਿਰ ਇਹਨਾਂ ਨੇ ਅਗਲੇ ਦਿਨ ਇਹਨਾਂ ਨੇ ਪੋਸਟਰ ਬਣਾਏ ਹੋਏ ਸੀ ਪ੍ਰੋਪਰ ਟੂ ਕਲੇਮ ਕਿ ਅਸੀਂ ਇਹ ਅਸੈਸੀਨੇਸ਼ਨ ਕੀਤੀ ਹੈ ਤੇ ਉਹਨਾਂ ਨੇ ਉਹਦੇ ਚ ਲਿਖਿਆ ਕਿ ਅਸੀਂ ਲਾਲਾ ਜੀ ਦੀ ਮੌਤ ਦਾ ਬਦਲਾ ਲਿੱਤਾ ਹੈ ਤੇ ਇਹ ਸਾਡੀ ਆਜ਼ਾਦੀ ਦੀ ਵੰਗਾਰ ਹੈ। ਪਰ ਕਿਉਂਕਿ ਉਹਦੇ ਵਿੱਚ ਨਾਮ ਚੇਂਜ ਹੋ ਗਿਆ ਸੀਗਾ ਇਸ ਕਰਕੇ ਭਗਤ ਸਿੰਘ ਦੀ ਹੈਂਡ ਰਿਟਨ ਪੋਸਟਰ ਅਗਲੇ ਦਿਨ ਅਖਬਾਰਾਂ ਵਿੱਚ ਡਿਸਟ੍ਰੀਬਿਊਟ ਹੋਏ ਹੈਗੇ ਨੇ, ਦੀਵਾਰਾਂ ਤੇ ਲੱਗੇ ਨੇ ਜਿਹਦੇ ਵਿੱਚ ਉਹਨਾਂ ਨੇ। ਅੱਛਾ, ਇੱਕ ਹੋਰ ਗੱਲ ਵੀ ਦੱਸਿਓ ਜਪਿੰਦਰ ਜੀ, ਜਦ ਤੱਕ ਮੈਨੂੰ ਪਤਾ ਲੱਗਿਆ ਕੋਈ ਕੋਡ ਵਰਡ ਵੀ ਹੁੰਦੇ ਸੀ ਇਹਨਾਂ ਲੋਕਾਂ ਦੇ, ਬਾਈ ਨੇਮ ਇਹਨਾਂ ਦੇ ਨਾਮ ਬਦਲੇ ਜਾਂਦੇ ਸੀ, ਭਗਤ ਸਿੰਘ ਦਾ ਵੀ ਨਾਮ ਬਦਲਿਆ ਜਾਂਦਾ ਸੀਗਾ। ਹਾਂਜੀ, ਜਦੋਂ ਇਹਨਾਂ ਨੇ 1926 ਦੇ ਵਿੱਚ ਆਪਣੀ ਆਰਗੇਨਾਈਜੇਸ਼ਨ ਬਣਾਈ ਸੀ ਤਾਂ ਹਰੇਕ ਦਾ ਅਲੱਗ ਨਾਮ ਸੀਗਾ। ਚੰਦਰ ਸ਼ੇਖਰ ਆਜ਼ਾਦ ਜੀ ਦਾ ਪੰਡਿਤ ਜੀ ਸੀਗਾ ਤੇ ਭਗਤ ਸਿੰਘ ਦਾ ਨਾਮ ਰਣਜੀਤ ਸੀਗਾ। ਅੱਛਾ, ਇਸ ਕਰਕੇ ਜੇ ਅੰਗਰੇਜ਼ਾਂ ਨੂੰ ਪਤਾ ਵੀ ਚੱਲਦਾ ਸੀ ਕਿ ਰਣਜੀਤ ਨੇ ਮਾਰਿਆ ਹੈ ਤਾਂ ਉਹ ਪਤਾ ਹੀ ਨਹੀਂ ਰਣਜੀਤ ਕੌਣ ਹੈ। ਹਾਂ, ਤਾਂ FIR ਦੇ ਵਿੱਚ ਕਿਸੇ ਦਾ ਨਾਂ ਨਹੀਂ ਹੈ, ਜਿਹਦੇ ਵਿੱਚ ਮੈਂ ਹੈਰਾਨ ਨਹੀਂ ਹੁੰਦਾ ਇਸ ਗੱਲ ਤੇ ਬਿਕੋਜ਼ ਜਦੋਂ ਵੀ ਕੋਈ ਬਲਾਈਂਡ ਮਰਡਰ ਹੁੰਦਾ ਹੈ, ਜਦੋਂ ਅਣਪਛਾਤੇ ਤੇ ਹੁੰਦਾ, ਹਾਂ ਸੋ ਅਣਪਛਾਤੇ ਤੇ ਹੁੰਦਾ ਹੈ। ਇਹ ਤਾਂ FIR ਦੇ ਵਿੱਚ ਉਹਨਾਂ ਨੂੰ ਨੋਮੀਨੇਟ ਕੀਤਾ ਗਿਆ ਜਦੋਂ ਇਹਨਾਂ ਨੇ 8 ਅਪ੍ਰੈਲ ਨੂੰ ਲਾਹੌਰ ਦਿੱਲੀ ਅਸੈਂਬਲੀ ਦੇ ਵਿੱਚ ਬੰਬ ਸਿੱਟਿਆ। ਬੰਬ ਵੀ ਇੱਕ ਸਮੋਕ ਬੰਬ ਸੀ, ਧੂਏ ਵਾਲਾ ਬੰਬ ਸੀ, ਆਵਾਜ਼ ਵਾਲਾ ਬੰਬ ਇਹਨਾਂ ਨੇ ਸਿੱਟਿਆ। ਇਹਨਾਂ ਨੇ ਪੂਰੀ ਤਕਰੀਰ ਕੀਤੀ ਹੈ ਜਿਹੜਾ ਕਿ ਉਹਨਾਂ ਦਾ ਟ੍ਰਾਂਜੀਸ਼ਨ ਹੈ ਫਰੋਮ ਜਿਹੜੀ ਇਹਨਾਂ ਨੇ ਇੱਕ ਵਾਇਲੈਂਸ ਕੀਤੀ ਸੀ, ਇੱਕ ਬੰਦੇ ਨੂੰ ਮਾਰਿਆ ਸੀ ਤੇ ਉੱਥੇ ਇਹਨਾਂ ਨੇ ਇੱਕ ਇਹੋ ਜਿਹਾ ਬੰਬ ਸਿੱਟਿਆ ਜਿਹੜਾ ਕਿਸੇ ਨੂੰ ਇੰਜਰ ਨਹੀਂ ਕੀਤਾ। ਉਹਨਾਂ ਨੇ ਕਿਉਂ ਕੀਤਾ ਇਹਦੇ ਬਾਰੇ ਬਹੁਤ ਸਾਰਾ ਕੁਝ ਲਿਖਿਆ ਗਿਆ ਤੇ ਭਗਤ ਸਿੰਘ ਦੀ ਅਸਲੀ ਸੋਚ ਹੀ ਉਹ ਹੈ ਕਿ ਉਹਨਾਂ ਨੇ ਇਹ ਕਿਉਂ ਕੀਤਾ ਹੈਗਾ। ਇੱਕ ਫ੍ਰੈਂਚ ਰੈਵੋਲੂਸ਼ਨਰੀ ਸੀਗੇ, ਉਹਨਾਂ ਨੇ ਵੀ ਆਪਣੀ ਅਸੈਂਬਲੀ 'ਚ ਬੰਬ ਸਿੱਟਿਆ ਸੀਗਾ। ਸੋ ਬੇਸਿਕਲੀ ਉਹ ਧਮਾਕਾ ਕਰਨਾ ਚਾਹੁੰਦੇ ਸੀ, ਆਵਾਜ਼ ਸੁਣਾਉਣਾ ਚਾਹੁੰਦੇ ਸੀ ਬਸ। ਹਾਂ, ਅੱਛਾ, ਫਿਰ ਉੱਥੇ ਉਹਨਾਂ ਨੇ ਆਪਣਾ ਗੁਨਾਹ ਕਬੂਲ ਕੀਤਾ ਕਿ ਅਸੀਂ ਕਤਲ ਕੀਤਾ। ਐਜ਼ ਪਰ ਜੋ ਡਾਕੂਮੈਂਟਸ ਨੇ ਕੇਸ ਦੇ ਉਹਦੇ ਹਿਸਾਬ ਨਾਲ ਜਿਹੜੇ ਉੱਥੋਂ ਦੇ ਅਫਸਰ ਸੀਗੇ ਉਹਨਾਂ ਨੇ ਭਗਤ ਸਿੰਘ ਉੱਥੋਂ ਭੱਜੇ ਨਹੀਂ ਬੰਬ ਸਿੱਟ ਕੇ, ਉਹ ਤੇ ਬਟਕੇਸ਼ਵਰ ਦੱਤ ਉੱਥੇ ਸੀਗੇ, ਉਹ ਭੱਜੇ ਨਹੀਂ ਉੱਥੇ ਅਤੇ ਉਹਨਾਂ ਨੇ ਆਪਣੀ ਪਿਸਤੌਲ ਨਾਲ ਹਵਾ 'ਚ 2 ਫਾਇਰ ਵੀ ਕੀਤੇ ਜੋ ਕਿਸੇ ਨੂੰ ਮਾਰ ਸਕਦੇ ਸੀਗੇ। ਉਹਨਾਂ ਨੇ ਕਿਉਂ ਨਹੀਂ ਮਾਰਿਆ ਬਿਕੋਜ਼ ਉਹ ਅਹਿੰਸਾ ਦੇ ਰਾਹ ਤੇ ਸੀਗੇ। ਜੋ ਉਹਨਾਂ ਨੇ ਸੌਂਡਰਸ ਨੂੰ ਮਾਰਿਆ ਉਹ ਇੱਕ ਤਰ੍ਹਾਂ ਦਾ ਸਿਰਫ ਐਲਾਨ ਕਰਨਾ ਸੀ ਕਿ ਅਸੀਂ ਇਹ ਕੁਝ ਵੀ ਕਰ ਸਕਦੇ ਹਾਂ। ਸੋ ਉਸ ਤੋਂ ਬਾਅਦ ਜਦੋਂ ਪਕੜੇ ਗਏ ਉਹਨਾਂ ਤੋਂ ਪਿਸਟਲ ਰਿਕਵਰ ਹੋਈ ਤੇ ਫਿਰ ਉਹਨਾਂ ਤੋਂ ਬਾਅਦ ਵਿੱਚ ਉਹਨਾਂ ਨੇ ਦੱਸਿਆ ਕਿ ਹਾਂ ਅਸੀਂ ਹੀ ਉਹਨਾਂ ਨੂੰ ਮਾਰਿਆ ਹੈਗਾ ਤੇ ਅਸੀਂ ਇਹ, ਹਾਲਾਂਕਿ ਭਗਤ ਸਿੰਘ ਨੇ ਕਿਉਂ ਕੀਤਾ ਬਿਕੋਜ਼ ਅੰਗਰੇਜ਼ਾਂ ਨੇ ਇੱਕ ਪੂਰਾ ਕੈਂਪੇਨ ਸ਼ੁਰੂ ਕਰਤਾ ਸੀ ਅਖਬਾਰਾਂ ਦੇ ਵਿੱਚ
ਕਿ ਜਿਹੜੇ ਸੌਂਡਰਸ ਦਾ ਮਰਡਰ ਹੋਇਆ ਹੈ ਉਹ ਇੱਕ ਆਮ ਡਾਕੂਆਂ ਨੇ ਕੀਤਾ ਹੈਗਾ। ਅੱਛਾ। ਸੋ ਇਸ ਦੀ ਉਹਨਾਂ ਨੂੰ ਬਹੁਤ ਸੱਟ ਵੱਜੀ ਸੀ ਕਿ ਮੈਂ ਤਾਂ ਇੱਕ ਆਜ਼ਾਦੀ ਦੀ ਲੜਾਈ ਲਈ ਕੀਤਾ ਹੈ। ਸੋ ਇਸ ਕਰਕੇ ਉਹਨਾਂ ਨੂੰ ਇਹ ਵੀ ਹੋ ਸਕਦਾ ਹੈ ਕਿ ਅੰਗਰੇਜ਼ ਹਕੂਮਤ ਨੇ ਇਸ ਕਰਕੇ ਇਸ ਨੂੰ ਕ੍ਰਾਂਤੀਕਾਰੀ ਦੇ ਨਾਲ ਨਾ ਜੋੜਿਆ ਹੋਵੇ ਕਿ ਇਹ ਲਹਿਰ ਜ਼ਿਆਦਾ ਜ਼ੋਰ ਨਾ ਫੜ ਲੇ। ਬਿਲਕੁਲ ਬਿਲਕੁਲ। ਕੁਲਦੀਪ ਨਈਅਰ ਜੀ ਲਿਖਦੇ ਨੇ ਕਿ ਉਸ ਵਕਤ ਹਵਾ ਹੀ ਇਹੋ ਜਿਹੀ ਹੋਰ ਚੱਲ ਰਹੀ ਸੀਗੀ ਜਿਸ ਨੂੰ ਅੰਗਰੇਜ਼ ਨਹੀਂ ਸਮਝ ਪਾਏ। ਹਾਲਾਂਕਿ ਇੱਕ CID ਦੀ ਰਿਪੋਰਟ ਆਈ ਸੀ ਜਿਸ 'ਚ ਬਿਲਕੁਲ ਮੰਨਿਆ ਗਿਆ ਕਿ ਇਹ ਜਿਹੜੀ ਹਵਾ ਨਵੀਂ ਚੱਲ ਰਹੀ ਹੈ ਇਹ ਅੰਗਰੇਜ਼ ਹਕੂਮਤ ਲਈ ਬਹੁਤ ਖਰਾਬ ਹੈ। ਇਹ ਜਿਹੜੀ ਇੱਕ ਹੋਰ ਗੱਲ ਦੱਸੋ, ਜਦੋਂ ਪਿਸਟਲ ਰਿਕਵਰ ਹੋ ਗਈ ਫਿਰ ਉਸ ਤੋਂ ਬਾਅਦ ਇਹ ਕਿਵੇਂ ਸਾਬਤ ਹੋਇਆ ਕਿ ਇਹ ਉਹੀ ਪਿਸਟਲ ਹੈ ਜਿਸ ਦੇ ਨਾਲ ਸੌਂਡਰਸ ਨੂੰ ਮਾਰਿਆ ਗਿਆ? ਜੋ ਵੀ ਕੋਰਟ ਦੇ ਡਾਕੂਮੈਂਟਸ ਉਹਦੇ ਵਿੱਚ ਬੜੀ ਇੰਟਰਸਟਿੰਗ ਕਹਾਣੀ ਹੈ ਕਿ ਇਸ ਨੂੰ ਕਿਵੇਂ ਸਾਬਿਤ ਕੀਤਾ ਜਾਵੇ। ਸੋ ਉਹਨਾਂ ਨੇ ਇੱਕ ਸਪੈਸ਼ਲ ਫੋਰੈਂਸਿਕ ਐਕਸਪਰਟ ਨੂੰ ਇੰਗਲੈਂਡ ਤੋਂ ਬੁਲਾਇਆ ਗਿਆ, ਮਿਸਟਰ ਚਰਚਿਲ ਸੀਗੇ, ਉਹਨਾਂ ਨੂੰ ਬੁਲਾਇਆ ਗਿਆ ਅਤੇ ਉਹਨਾਂ ਨੇ ਆ ਕੇ ਜਿੰਨੀਆਂ ਵੀ .32 ਕੋਲਟ ਪਿਸਟਲ ਸੀਗੀਆਂ ਉਸ ਵਕਤ ਪੰਜਾਬ ਦੇ ਵਿੱਚ ਉਹਨਾਂ ਨੂੰ ਇਕੱਠਾ ਕੀਤਾ ਗਿਆ ਅਤੇ ਉਹਨਾਂ ਤੋਂ ਫਾਇਰ ਕੀਤੇ ਗਏ। ਫਿਰ ਉਹਨਾਂ ਸਾਰਿਆਂ ਦੇ ਕਾਰਤੂਸ ਅਤੇ ਉਹਨਾਂ ਦੇ ਸ਼ੈਲਸ ਨੂੰ ਅਲੱਗ-ਅਲੱਗ ਬਾਕਸ ਵਿੱਚ ਪਾਇਆ ਗਿਆ ਤੇ ਬੜਾ ਸਿਸਟਮੈਟਿਕ ਢੰਗ ਨਾਲ ਪਾਇਆ ਗਿਆ ਜੋ ਕਿ ਐਕਚੁਅਲੀ ਇੱਕ ਐਗਜ਼ਾਮਪਲ ਹੈ ਕਿ ਕੇਸ ਨੂੰ ਕਿਵੇਂ ਸੋਲਵ ਕੀਤਾ ਜਾਵੇ। ਫਿਰ ਉਹ ਸਾਰੇ ਦੁਬਾਰਾ ਇੰਗਲੈਂਡ ਗਏ, ਉਹਨਾਂ ਦੀ ਹਰੇਕ ਦੀ ਅਲੱਗ-ਅਲੱਗ ਮਾਰਕਿੰਗ ਹੋਈ। ਜਦੋਂ ਵੀ ਆਪਾਂ ਕੋਈ ਵੀ ਗੋਲੀ ਚਲਾਉਂਦੇ ਆ ਤਾਂ ਉਹ ਜਦੋਂ ਘੁੰਮ ਕੇ ਨਿਕਲਦਾ ਹੈਗਾ ਤਾਂ ਉਸ ਤੇ ਇੱਕ ਮਾਰਕਸ ਪੈ ਜਾਂਦੇ ਜਿਸ ਨੂੰ ਫਿੰਗਰ ਮਾਰਕਸ ਕਹਿ ਦਿੰਦੇ ਹੈਗੇ ਨੇ। ਸੋ ਹਰੇਕ ਬੁਲਟ ਦੇ ਉੱਤੇ ਇੱਕ ਯੂਨੀਕ ਡਿਫਰੈਂਟ ਫਿੰਗਰਪ੍ਰਿੰਟਸ ਨਿਕਲਦੇ ਨੇ ਜਿਵੇਂ ਕਿ ਆਪਣੇ ਫਿੰਗਰਪ੍ਰਿੰਟਸ ਹੁੰਦੇ ਨੇ ਵਿਚ ਇਜ਼ ਵੈਰੀ ਵੈਰੀ ਯੂਨੀਕ। ਸੋ ਉਹਨਾਂ ਨੇ ਉਹ ਉੱਥੋਂ ਬਿਲਕੁਲ ਸਾਬਿਤ ਕੀਤਾ ਕਿ ਇਸ ਪਿਸਟਲ ਤੋਂ ਹੀ ਇਹ ਨਿਕਲੇ ਹੋਏ ਨੇ। ਅੱਛਾ, ਫਿਰ ਉਸ ਤੋਂ ਬਾਅਦ ਇਹ ਪਿਸਟਲ ਕਿੱਥੇ ਗਿਆ? ਕਿਉਂਕਿ ਪਿਸਟਲ ਦੀ ਕਹਾਣੀ ਬੜੀ ਇੰਟਰਸਟਿੰਗ ਹੈਗੀ ਹੈ, ਕਿੱਥੋਂ ਇਹ ਪਿਸਟਲ ਚੱਲਿਆ, ਕਿੱਥੇ ਪਹੁੰਚਿਆ? ਜਦੋਂ ਭਗਤ ਸਿੰਘ ਜੀ ਦੀ ਸ਼ਹਾਦਤ ਹੋਈ 23 ਮਾਰਚ 1931 ਨੂੰ, ਉਦੋਂ ਇਸ ਕੇਸ ਦੇ ਵਿੱਚ ਬਹੁਤ ਜ਼ਿਆਦਾ ਐਗਜ਼ੀਬਿਟ ਸੀਗੇ, ਬਹੁਤ ਜ਼ਿਆਦਾ ਸਮਾਨ ਮਿਲਿਆ ਸੀ। ਉਹਨਾਂ ਦੇ ਕੱਪੜੇ, ਕਿਤਾਬਾਂ, ਹੈਂਡ ਗ੍ਰੇਨੇਡਸ, ਜਿਵੇਂ ਮੈਂ ਦੱਸਿਆ ਉਹਨਾਂ ਨੇ 356 ਕਿਤਾਬਾਂ ਪੜ੍ਹੀਆਂ ਜੇਲ੍ਹ ਦੇ ਵਿੱਚ, ਹੋਰ ਬਹੁਤ ਕੁਝ ਸਮਾਨ ਮਿਲਿਆ। ਇਕੱਲੇ ਭਗਤ ਸਿੰਘ ਜੀ ਕੋਲੋਂ ਨਹੀਂ ਸਗੋਂ ਇਸ ਨੂੰ ਲਾਹੌਰ ਕੌਨਸਪੀਰੇਸੀ ਕੇਸ ਦਾ ਇੱਕ ਪਾਰਟ ਮੰਨਿਆ ਗਿਆ। ਲਾਹੌਰ ਕੌਨਸਪੀਰੇਸੀ ਜਿਸ ਨੇ ਕਕੌਰੀ ਰੋਬਰੀ ਵੀ ਕੀਤੀ ਸੀਗੀ, ਬਹਿਰੌਲੀ ਰੋਬਰੀਜ਼ ਵੀ ਕੀਤੀ, ਬਹੁਤ ਸਾਰੀਆਂ ਰੋਬਰੀਜ਼ ਵੀ ਕੀਤੀਆਂ ਸੀਗੀਆਂ। ਸੋ ਉਹ ਸਾਰੇ ਐਗਜ਼ੀਬਿਟ ਨੂੰ ਇਕੱਠਾ ਕੀਤਾ ਕਰਕੇ ਜੱਜ ਨੇ ਆਰਡਰ ਕੀਤਾ ਕਿ DSP ਨਿਆਜ਼ ਅਹਿਮਦ ਸੀਗੇ ਲਾਹੌਰ ਪੁਲਿਸ ਦੇ, ਉਹਨਾਂ ਨੂੰ ਸਭ ਕੁਝ ਸੌਂਪਿਆ ਗਿਆ ਇਸ ਜ਼ਿੰਮੇਵਾਰੀ ਨਾਲ ਕਿ ਤੁਸੀਂ ਇਹ ਸਾਰਾ ਸਮਾਨ ਫਿਲੌਰ ਪੁਲਿਸ ਅਕੈਡਮੀ ਦੇ ਵਿੱਚ ਪਹੁੰਚਾਓਗੇ ਜਿੱਥੇ ਕਿ ਬ੍ਰਿਟਿਸ਼ ਜਿਹੜੇ ਨਵੇਂ ਰਿਕਰੂਟ ਆਉਣਗੇ, ਅਫਸਰ ਹੋਣਗੇ, ਉਹਨਾਂ ਨੂੰ ਇਹ ਕੇਸ ਐਜ਼ ਐਨ ਐਗਜ਼ਾਮਪਲ ਪੜ੍ਹਾਇਆ ਜਾਏਗਾ। ਉਹ ਦੋ ਕਾਰਨ ਸੀ। ਇੱਕ ਤਾਂ ਇਸ ਕਰਕੇ ਪੜ੍ਹਾਇਆ ਜਾਏਗਾ ਕਿ ਅਸੀਂ ਕੇਸ ਨੂੰ ਕਿਵੇਂ ਪਕੜਿਆ, ਕਿਵੇਂ ਸਾਰਾ ਕੁਝ ਸੋਲਵ ਕੀਤਾ ਗਿਆ ਤੇ ਕਿਵੇਂ ਇਹਦੀ ਫੋਰੈਂਸਿਕ ਜਾਂਚ ਹੋਈ, ਅਤੇ ਸੈਕੰਡ ਮੋਰਲ ਬੂਸਟਿੰਗ ਦੇ ਲਈ ਕਿ ਜੇ ਕੋਈ ਹਿੰਦੁਸਤਾਨੀ ਇੱਕ ਅੰਗਰੇਜ਼ ਅਫਸਰ ਨੂੰ ਮਾਰੇਗਾ ਤਾਂ ਅਸੀਂ 3 ਨੂੰ ਮਾਰਾਂਗੇ। ਫਿਰ ਇਹ ਜਿਹੜਾ ਸਾਰਾ ਸਮਾਨ ਹੈ ਵਿਦ ਪਿਸਟਲ ਇਹ ਫਲੋਰ ਪਹੁੰਚਿਆ? ਐਕਚੁਅਲੀ ਉਸ ਤੋਂ ਬਾਅਦ ਡਾਕੂਮੈਂਟ ਨਹੀਂ ਹੋ ਪਾਇਆ ਕਿਉਂਕਿ ਇੱਕ ਤਾਂ ਆਪਾਂ ਗੁਲਾਮ ਦੇਸ਼ ਦੇ ਸੀਗੇ, ਨੋ ਐਕਸੈਸ ਟੂ ਇਨਫੋਰਮੇਸ਼ਨ ਔਰ ਸਮਥਿੰਗ, ਕਿਤੇ ਵੀ ਕੁਝ ਨਹੀਂ ਮਿਲਿਆ। ਇਹ ਸਮਝਿਆ ਜਾਂਦਾ ਸੀ ਕਿ ਇਹ ਫਿਲੌਰ ਦੇ ਵਿੱਚ ਹੈ, ਪਰ ਜਿਵੇਂ ਮੈਂ ਦੱਸਿਆ ਕਿ ਇੱਕ ਰਿਸਰਚਰ ਹੋਏ ਸੀਗੇ ਅਪਰਨਾ ਵੈਦਿਆ, ਉਹਨਾਂ ਨੇ 2016 ਦੇ ਵਿੱਚ ਉਹਨਾਂ ਨੂੰ ਇੱਕ ਸਪੈਸ਼ਲ ਪਰਮਿਸ਼ਨ ਮਿਲੀ ਜੋ ਪਹਿਲਾਂ ਕਿਸੇ ਨੂੰ ਨਹੀਂ ਸੀ ਮਿਲੀ, ਲਾਹੌਰ ਕੋਰਟ ਦੀ ਜਿਹੜਾ ਮਾਲਖਾਨਾ ਉਸ ਦੀ ਜਾਂਚ ਕਰਨ ਦੇ ਲਈ ਭਗਤ ਸਿੰਘ ਦੇ ਪੇਪਰਸ ਬਾਰੇ। ਅੱਛਾ। ਉਹਨਾਂ ਨੇ ਉੱਥੋਂ ਕਿਹਾ ਕਿ ਭਗਤ ਸਿੰਘ ਦਾ ਪਿਸਟਲ ਇੱਥੇ ਨਹੀਂ ਹੈਗਾ, ਲਾਹੌਰ 'ਚ ਨਹੀਂ ਹੈ। ਲਾਹੌਰ 'ਚ ਨਹੀਂ ਮੰਨਿਆ ਜਾਂਦਾ ਸੀ ਕਿ ਲਾਹੌਰ ਵਿੱਚ ਹੈ। ਸੋ ਮੈਂ ਕਈਆਂ ਨਾਲ ਗੱਲ ਕੀਤੀ ਅਤੇ ਮੈਨੂੰ ਕੁਝ ਅਫਸਰਾਂ ਨੇ ਕਿਹਾ ਕਿ ਹਾਂ ਮੈਂ ਇਹਨੂੰ ਫਲੋਰ ਵਿੱਚ ਦੇਖਿਆ ਸੀ, ਪਰ ਕੁਝ ਨੇ ਕਿਹਾ ਮੈਂ ਨਹੀਂ ਦੇਖਿਆ ਸੀ, ਕੋਈ ਆਫੀਸ਼ੀਅਲ ਰਿਕਾਰਡ ਨਹੀਂ ਸੀ ਮਿਲਿਆ। ਸੋ ਜਦੋਂ ਮੈਂ ਇਸ ਦਾ ਨੰਬਰ ਲੈ ਕੇ ਮੈਂ ਪੰਜਾਬ ਦੇ ਉਦੋਂ DG, ਹੁਣ ਆਪਾਂ ਪ੍ਰੈਜ਼ੈਂਟ ਤੇ ਆ ਜਾਂਦੇ ਤੁਹਾਡੀ ਕਹਾਣੀ ਤੇ। ਤੁਸੀਂ ਫਲੋਰ ਪਹੁੰਚੇ, ਤੁਹਾਨੂੰ ਐਂਟਰਟੇਨ ਨਹੀਂ ਕੀਤਾ ਗਿਆ, ਉਸ ਤੋਂ ਬਾਅਦ ਜਿਹੜਾ ਪਿਸਟਲ ਦਾ ਨੰਬਰ ਆਇਆ ਉਸ ਤੋਂ ਬਾਅਦ ਕਹਾਣੀ ਸ਼ੁਰੂ ਹੋਈ ਅਸਲੀ? ਹਾਂਜੀ, 2005-6 ਚ ਮੈਨੂੰ ਐਂਟਰਟੇਨ ਨਹੀਂ ਸੀ ਕੀਤਾ ਗਿਆ। ਜਦੋਂ ਮੈਂ 2016 ਦੇ ਵਿੱਚ ਉਸ ਦਾ ਨੰਬਰ ਮਿਲਿਆ ਤਾਂ ਮੈਂ ਬਿਲਕੁਲ ਪ੍ਰੋਪਰ ਤਰੀਕੇ ਦੇ ਨਾਲ ਗਿਆ। ਮੈਂ DGP ਸੁਰੇਸ਼ ਅਰੋੜਾ ਤੋਂ ਪਰਮਿਸ਼ਨ ਲਿੱਤੀ। ਫਿਲੌਰ ਅਕੈਡਮੀ ਦੇ ਵਿੱਚ ਡਾਇਰੈਕਟਰ ਸੀਗੇ ਕੁਲਦੀਪ ਸਿੰਘ ਅਤੇ ਡਿਪਟੀ ਡਾਇਰੈਕਟਰ ਸੀ ਰਵਚਰਨ ਬਰਾੜ ਜੋ ਐਕਸ ਆਰਮੀ ਆਫੀਸਰ ਸੀਗੇ, ਤੇ ਅਸੀਂ ਦੋਵੇਂ ਕਾਫੀ ਕ੍ਰਿਕਟ ਵੀ ਪਹਿਲਾਂ ਖੇਡਦੇ ਰਹੇ। ਸੋ ਉਹਨਾਂ ਤੋਂ ਮੈਂ ਆਫੀਸ਼ੀਅਲ ਜਾ ਕੇ ਉੱਥੇ ਜਾਂਚ ਪੜਤਾਲ ਸ਼ੁਰੂ ਕੀਤੀ ਐਂਡ ਦੇ ਵਰ ਆਲਸੋ ਵੈਰੀ ਐਕਸਾਈਟਡ, ਬੜੇ ਜ਼ਿਆਦਾ ਸੀਗੇ ਕਿ ਚਲੋ ਸਾਨੂੰ ਸ਼ਾਇਦ ਪਿਸਟਲ ਲੱਭਿਆ ਜਾਵੇ। ਪਰ ਹੁਣ ਉੱਥੇ ਇੰਨਾ ਜਿਹੜੀ ਫਿਲੌਰ ਅਕੈਡਮੀ ਉਹ 1860 ਤੋਂ ਬਣਨੀ ਸ਼ੁਰੂ ਹੋਈ ਹੈਗੀ ਹੈ। ਸੋ ਇੰਨਾ ਮਾਲਖਾਨਾ ਭਰਿਆ ਹੋਣਾ ਪੂਰਾ, ਬਿਲਕੁਲ ਭਰਿਆ ਹੋਇਆ ਸੀਗਾ ਤੇ ਸਾਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਸ਼ੁਰੂ ਕਿੱਥੋਂ ਕਰੀਏ। ਸੋ ਅਸੀਂ ਜਿਸ ਰਜਿਸਟਰ ਨੂੰ ਹੱਥ ਲਾਉਂਦੇ ਸੀ ਉਹ ਬਿਲਕੁਲ ਡਸਟ ਮਾਈਟ, ਮਿੱਟੀ ਨਾਲ ਭਰਿਆ ਸੀਗਾ ਤੇ ਉਹ ਵੈਸੇ ਵੀ ਕਾਗਜ਼ ਬਹੁਤ ਪੁਰਾਣਾ ਹੋ ਜਾਂਦਾ ਹੈਗਾ। ਸੋ ਅਸੀਂ ਸੋਚਿਆ ਕਿ 1980 ਤੋਂ ਪਿਛਲੇ ਵਾਲੇ ਲੱਭਣੇ ਸ਼ੁਰੂ ਕਰਦੇ ਹੈਗੇ ਐਂਡ ਸਾਨੂੰ ਉਮੀਦ ਸੀ ਕਿ 1947 ਤੱਕ ਕੁਛ ਨਾ ਕੁਛ ਮਿਲੇਗਾ। ਉਹਦੇ ਸਾਨੂੰ
1968 ਦੇ ਰਜਿਸਟਰ ਦੇ ਵਿੱਚ ਇੱਕ ਐਂਟਰੀ ਮਿਲੀ ਪੇਜ ਤੇ 8 ਵੈਪਨਸ ਟ੍ਰਾਂਸਫਰ ਕੀਤੇ ਗਏ ਸੈਂਟਰਲ ਸਕੂਲ ਫਾਰ ਵੈਪਨਸ ਐਂਡ ਟੈਕਟਿਕਸ ਇੰਦੌਰ ਵਿੱਚ BSF ਦੀ ਮਲਕੀਅਤ ਦੇ ਵਿੱਚ। ਅੱਛਾ 1968 ਦੇ ਵਿੱਚ 1968 ਦੇ ਵਿੱਚ। ਸੋ ਉਹਦੇ ਵਿੱਚ ਸਿਰਫ BS ਅਫਸਰ ਦੇ ਰਿਸੀਵਿੰਗ ਦੇ ਸਾਈਨ ਸੀਗੇ, ਘੁੱਗੀ ਜੀ ਮਾਰੀ ਹੋਈ ਸੀ ਜੋ ਸਮਝ ਨਹੀਂ ਸਕਦਾ ਕਿਹੜੇ ਅਫਸਰ। ਹਾਂ ਉਸ ਵਕਤ ਨਾ ਬਹੁਤ ਚਰਚਾ ਚੱਲ ਰਹੀ ਸੀ ਪੰਜਾਬ ਟੈਰਰਿਜ਼ਮ ਦੇ ਦੌਰਾਨ, ਬਹੁਤ ਸਾਰੇ ਹਥਿਆਰਾਂ ਦੀ ਚੋਰੀ ਵੀ ਹੋਈ ਹੈ, ਕਈਆਂ ਦੀ ਸਮਗਲਿੰਗ ਵੀ ਹੋਈ ਹੈ, ਬੜੇ ਕਾਸਟਲੀ ਵੈਪਨ ਪੁਲਿਸ ਅਫਸਰਾਂ ਦੇ ਘਰਾਂ ਵਿੱਚ ਨੇ ਜਿਨ੍ਹਾਂ ਨੂੰ ਬਹੁਤ ਹੀ ਛੋਟੇ ਕੀਮਤ ਤੇ ਨਿਲਾਮੀ ਕਰ ਦਿੱਤੀ ਗਈ ਸੀ, VIPs ਦੇ ਘਰਾਂ 'ਚ ਨੇ। ਸੋ ਮੈਨੂੰ ਇਹ ਖਦਸ਼ਾ ਸੀਗਾ ਕਿ ਇਹ ਪਿਸਟਲ ਜਾਂ ਤਾਂ ਕਿਸੇ ਦੇ ਘਰ ਪਿਆ ਹੈਗਾ ਜਾਂ ਫਿਰ ਇਹ ਸਮਗਲ ਹੋ ਕੇ ਇੰਡੀਆ ਤੋਂ ਬਾਹਰ ਚਲਾ ਗਿਆ ਹੈ। ਪਰ ਫਿਰ ਉਹਦੇ ਵਿੱਚ ਪਰ ਜਿਹੜੀ 8 ਤੁਸੀਂ ਕਹਿ ਰਹੇ ਹੋ ਉਹਨਾਂ ਦੇ ਵਿੱਚ ਬਕਾਇਦਾ ਨੰਬਰ ਸੀਗੇ, ਉਹਦੇ ਵਿੱਚ ਹਰੇਕ ਵੈਪਨ ਦੇ ਨੰਬਰ ਹੈਗੇ ਨੇ। ਮੇਰੀ ਇਸ ਕਿਤਾਬ ਦੇ ਵਿੱਚ ਮੈਂ ਪੂਰੀ ਲਿਸਟ ਛਾਪੀ ਹੋਈ ਹੈਗੀ ਹੈ, ਉਸ ਦੀ ਮੈਂ ਫੋਟੋ ਛਾਪੀ ਹੋਈ ਹੈ। ਉਹਦੇ ਵਿੱਚ ਇਹ 6ਵੇਂ ਜਾਂ 7ਵੇਂ ਨੰਬਰ ਦੇ ਤਾਂ ਸਿਰਫ ਨੰਬਰ ਲਿਖਿਆ ਹੋਇਆ ਹੈਗਾ। ਐਂਡ ਜਦੋਂ ਮੈਂ ਬਾਅਦ ਦੇ ਵਿੱਚ ਹੋਰ ਜਾਂਚ ਪੜਤਾਲ ਕੀਤੀ ਤਾਂ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਆਰਡਰ ਦੇ ਨਾਲ ਇਹ ਵੈਪਨਸ ਟ੍ਰਾਂਸਫਰ ਹੋਏ ਸੀਗੇ। ਬਾਅਦ ਦੇ ਵਿੱਚ ਮੈਨੂੰ ਪਤਾ ਚੱਲਿਆ ਕਿ ਜਦੋਂ BSF ਬਣੀ ਹੈ ਬ੍ਰਿਟਿਸ਼ ਫੋਰਸ 1968 ਦੇ ਵਿੱਚ, ਪਾਕਿਸਤਾਨ ਜੰਗ ਤੋਂ ਬਾਅਦ ਰਿਅਲਾਈਜ਼ ਹੋਇਆ ਕਿ ਸਾਨੂੰ ਇੱਕ ਬਾਰਡਰ ਫੋਰਸ ਵੀ ਚਾਹੀਦੀ ਹੈ। ਸੋ ਉਹ ਬਾਰਡਰ ਫੋਰਸ ਦੇ ਕੋਲ ਟ੍ਰੇਨਿੰਗ ਦੇ ਲਈ ਕੋਈ ਵੈਪਨ ਨਹੀਂ ਸੀਗਾ, ਨਾ ਉਹਨਾਂ ਕੋਲ ਵੈਪਨਸ ਦੀ ਹਿਸਟਰੀ ਨੂੰ ਕੈਡੇਟਸ ਨੂੰ ਸਮਝਾਉਣ ਲਈ ਸੀ। ਸੋ ਆਲ ਓਵਰ ਇੰਡੀਆ ਤੋਂ ਵੈਪਨਸ ਇਕੱਠੇ ਕੀਤੇ ਗਏ ਤੇ ਇਸ ਵੈਪਨ ਨੂੰ ਬਿਲਕੁਲ ਇੱਕ ਆਮ ਵੈਪਨ ਦੀ ਤਰ੍ਹਾਂ ਹੀ ਉੱਥੇ ਭੇਜ ਦਿੱਤਾ ਗਿਆ। ਅੱਛਾ ਮਤਲਬ ਇਹ ਨਹੀਂ ਕਹਿ ਸਕਦੇ ਕਿ ਉਹ ਭਗਤ ਸਿੰਘ ਦਾ ਸੀ ਇਸ ਕਰਕੇ ਉੱਥੇ ਭੇਜ ਦਿੱਤਾ ਗਿਆ। ਨਹੀਂ, ਬਸ ਉਹਨਾਂ ਨੇ ਪਤਾ ਹੀ ਨਹੀਂ ਸੀ ਉਦੋਂ। ਉਹਨਾਂ ਨੇ ਕਿਹਾ ਸਾਨੂੰ US .32 ਸੈਮੀ ਆਟੋਮੈਟਿਕ ਚਾਹੀਦਾ ਹੈਗਾ ਉੱਥੇ ਡਿਸਪਲੇ ਕਰਨ ਦੇ ਲਈ ਤੇ ਕੈਡੇਟਸ ਨੂੰ ਦਿਖਾਉਣ ਦੇ ਕਰਨ ਲਈ, ਤੇ ਇਸ ਕਰਕੇ ਉਹਨੂੰ ਕਰ ਦਿੱਤਾ ਗਿਆ। ਮਤਲਬ ਜਿਹੜੀ ਬਹੁਤ ਮੰਦਭਾਗੀ ਗੱਲ ਹੈ, ਤੁਸੀਂ ਵੈਪਨ ਦੀ ਹਿਸਟਰੀ ਜਾਣੇ ਬਿਨਾ ਉਸਨੂੰ ਪੰਜਾਬ ਦੀ ਧਰਤੀ ਤੋਂ ਜਿੱਥੇ ਕਿ ਭਗਤ ਸਿੰਘ ਬਿਲੋਂਗ ਕਰਦੇ ਨੇ ਉੱਥੋਂ ਤੁਸੀਂ ਇੰਦੌਰ ਭੇਜ ਦਿੱਤਾ, ਉਹ ਵੀ ਇਹੋ ਜਿਹੀ ਜਗ੍ਹਾ ਜਿੱਥੇ ਪਬਲਿਕ ਨਹੀਂ ਜਾ ਸਕਦੀ। CSWT ਬਿਲਕੁਲ ਮਤਲਬ ਆਊਟ ਆਫ ਦਿਸ ਹੈਗਾ, ਜਰਨਲਿਸਟ ਤਾਂ ਜਾ ਹੀ ਨਹੀਂ ਸਕਦੇ ਹੈਗੇ ਉੱਥੇ। ਸੋ ਜਦੋਂ ਮੈਨੂੰ ਨੰਬਰ ਮਿਲਿਆ ਮੈਨੂੰ ਲੱਗਿਆ ਕਿ ਐਂਟਰੀ ਤਾਂ ਪੁਲਿਸ ਡਿਪਾਰਟਮੈਂਟ 'ਚ ਬਹੁਤ ਕੁਝ ਹੁੰਦਾ ਹੈਗਾ। ਸੋ ਮੈਨੂੰ ਲੱਗਿਆ ਕਿ ਐਂਟਰੀ ਤਾਂ ਪਿਸਤੌਲ ਕੋਈ ਵੀ ਲੈ ਜਾਏ। ਫਿਲੌਰ ਤੋਂ ਟਾਰਗੇਟ ਉੱਠ ਕੇ ਫਿਰ ਮੇਰਾ ਇੰਦੌਰ ਹੋ ਗਿਆ। ਮੀਨਵਾਈਲ ਵਿੱਚ ਮੈਂ ਅੰਮ੍ਰਿਤਸਰ ਵੀ ਗਿਆ। ਅੰਮ੍ਰਿਤਸਰ ਦੇ ਬਿਕੋਜ਼ ਅੰਮ੍ਰਿਤਸਰ ਉਦੋਂ ਮੇਨ ਡਿਸਟ੍ਰਿਕਟ ਸੀਗਾ ਜਿਹਦੇ ਅੰਡਰ ਸਾਰੇ ਲਾਹੌਰ ਵਗੈਰਾ ਸੀਗੇ, ਜਲੰਧਰ ਵੀ ਸੀਗਾ। ਸੋ ਮੈਂ ਉੱਥੋਂ ਦੇ ਰੈਵਨਿਊ ਰਿਕਾਰਡਸ ਵੀ ਦੇਖੇ, ਉੱਥੋਂ ਵੀ ਮੈਨੂੰ ਕਈ ਡਾਕੂਮੈਂਟਸ ਮਿਲੇ ਰਿਗਾਰਡਿੰਗ ਟ੍ਰਾਂਸਫਰ ਆਫ ਦਿਸ ਪਿਸਟਲ। ਸੋ ਜਿਸ ਤੋਂ ਇਹ ਐਸਟੈਬਲਿਸ਼ ਹੋ ਗਿਆ ਕਿ ਐਟ ਲੀਸਟ ਇੰਦੌਰ ਹੈਗਾ 1968 ਤੱਕ ਇਹ ਪਿਸਟਲ ਇੰਡੀਆ ਵਿੱਚ ਆ ਗਿਆ ਸੀਗਾ। ਸੋ ਇਹ ਫਿਲੌਰ ਵਿੱਚ ਸੀਗਾ, ਇਹ ਐਸਟੈਬਲਿਸ਼ ਹੋ ਗਿਆ ਜਿਸ ਦੀ ਅਸੀਂ ਇਸ ਤੇ ਖਬਰ ਵੀ ਕੀਤੀ। ਫਿਰ ਮੇਰੀ ਹੋ ਗਈ ਜਾਂਚ ਪੜਤਾਲ ਕਿ ਹੁਣ ਇੰਦੌਰ ਜਾਇਆ ਜਾਵੇ। ਫਿਰ ਮੈਂ ਉੱਥੋਂ ਦੇ ਨੰਬਰ ਲਿੱਤੇ, ਵੈਬਸਾਈਟ ਤੋਂ ਉਹਨਾਂ ਦੇ ਨੰਬਰ ਮਿਲੇ ਜਿਹੜੇ ਕਿ ਪੁਰਾਣੇ ਨੰਬਰ ਸੀ, ਚੱਲਦੇ ਨਹੀਂ ਸੀਗੇ। ਸੋ ਬੜੇ ਮੁਸ਼ਕਿਲ ਨਾਲ ਨੰਬਰ ਲਿੱਤੇ। ਪਰ ਮੈਂ ਉਹਨਾਂ ਨਾਲ ਜਦੋਂ ਰਿਸੈਪਸ਼ਨ ਵਾਲਿਆਂ ਨਾਲ ਗੱਲ ਕਰਦਾ ਸੀਗਾ, ਉਹ ਅਦਰ ਰੈਂਕਸ ਵਾਲੇ ਬੰਦੇ ਸੀ, ਉਹ ਬਿਲਕੁਲ ਸ਼ੁੱਧ ਹਿੰਦੀ ਬੋਲ ਰਹੇ ਸੀ। ਮੇਰੀ ਪੰਜਾਬੀ ਹਿੰਦੀ ਡਾਇਲੈਕਟ ਉਹਨਾਂ ਨੂੰ ਨਹੀਂ ਸੀ ਸਮਝ ਆ ਰਿਹਾ ਤੇ ਉਹ ਬਹੁਤ ਓਪਨ ਵੀ ਨਹੀਂ ਸੀਗੇ। ਮੈਨੂੰ 4-5 ਦਿਨ ਲੱਗੇ। ਲੇਟਰ ਔਨ ਮੈਂ ਉਹਨਾਂ ਦੇ ਡਾਇਰੈਕਟਰ ਨੇ IG ਪੰਕਜ, ਅੱਛਾ, ਸੋ ਉਹਨਾਂ ਦਾ ਮੈਂ ਇੱਕ BSF ਆਫੀਸਰ ਤੋਂ ਦੀ ਹੈਲਪ ਦੇ ਨਾਲ ਉਹਨਾਂ ਨਾਲ ਕੰਟੈਕਟ ਕੀਤਾ। ਜਦੋਂ ਮੈਂ ਜੰਮੂ ਕਸ਼ਮੀਰ ਪੋਸਟਡ ਸੀ ਤਾਂ ਮੇਰਾ ਉਹਨਾਂ ਨਾਲ ਕੰਟੈਕਟ ਹੋਇਆ ਸੀ। ਫਿਰ ਉਹਨਾਂ ਨੂੰ ਜਦੋਂ ਮੈਂ ਕਿਹਾ ਕਿ ਜੀ ਮੈਂ ਰਿਸਰਚ ਕਰ ਰਿਹਾ ਤੇ ਆਈ ਹੋਪ ਕਿ ਤੁਸੀਂ ਭਗਤ ਸਿੰਘ ਨੂੰ ਜਾਣਦੇ ਹੋ, ਸੋ ਬੜੇ ਗੁੱਸੇ ਹੋਏ। ਭਗਤ ਸਿੰਘ ਨੂੰ ਕੌਣ ਨਹੀਂ ਜਾਣਦਾ, ਕਿ ਉਹ ਸਾਰੇ ਇੰਡੀਆ ਦਾ ਹੈ, ਇਕੱਲਾ ਪੰਜਾਬੀਆਂ ਦਾ ਨਹੀਂ ਹੈ। ਮੈਨੂੰ ਬਹੁਤ ਹਰਸ਼ ਹੋਇਆ ਇਹ ਗੱਲ ਸੁਣ ਕੇ, ਕਿਉਂਕਿ ਇਹ ਰਿਸਰਚ ਇਹੋ ਜਿਹੀ ਸੀ ਕਿ ਜਿਸ ਵੀ ਬੰਦੇ ਨੂੰ ਮੈਂ ਅਪਰੋਚ ਕੀਤਾ, ਚਾਹੇ ਉਹ ਪੰਜਾਬ ਪੁਲਿਸ ਸੀ, ਚਾਹੇ ਉਹ BSF ਸੀਗੇ, ਬਾਅਦ ਵਿੱਚ ਹੋਰ ਵੀ ਸੀਗੇ, ਯੋਗਦਾਨ ਦਿੱਤਾ ਤੁਹਾਨੂੰ। ਹਰੇਕ ਨੇ ਬਾਹ ਫੜ ਕੇ ਇੱਕ ਕਦਮ ਮੇਰੇ ਤੋਂ ਅੱਗੇ ਹੀ ਚੱਲੇ ਨੇ। ਸੋ ਇਹ ਭਗਤ ਸਿੰਘ ਦੀ ਹੀ ਬਲੇਸਿੰਗਸ ਹੈ। ਅੱਛਾ, ਫਿਰ ਉਸ ਤੋਂ ਬਾਅਦ ਮਤਲਬ ਇਹ ਕਨਫਰਮ ਹੋ ਚੁੱਕਾ ਸੀਗਾ ਕਿ ਉਹ ਪਿਸਟਲ ਇੰਦੌਰ ਹੈ? ਨਹੀਂ, ਉਹਨਾਂ ਨੇ ਵੀ ਮੈਨੂੰ ਇਹੀ ਕਿਹਾ ਵੀ ਰਜਿਸਟਰ ਦੀ ਐਂਟਰੀ ਦੇ ਨਾ ਜਾਓ, ਰਜਿਸਟਰ ਦੀ ਐਂਟਰੀਆਂ ਤਾਂ ਬੜਾ ਕੁਝ ਹੁੰਦੀਆਂ ਨੇ। ਮਤਲਬ ਉਹਨਾਂ ਦੇ ਧਿਆਨ 'ਚ ਨਹੀਂ ਸੀ? ਨਹੀਂ, ਬਿਲਕੁਲ ਵੀ ਨਹੀਂ ਸੀਗਾ। ਸੋ ਉਹ ਮੈਨੂੰ ਕਹਿੰਦੇ ਕਿ ਇੱਥੇ ਸਾਡੇ ਕੋਲ ਜਿੰਨੇ ਵੀ .32 ਪਿਸਟਲ ਹੈਗੇ ਨੇ ਅਸੀਂ ਉਹਨਾਂ ਨੂੰ ਕਢਵਾ ਲੈਂਦੇ ਆ, ਪਰ ਪ੍ਰੋਬਲਮ ਇਹ ਹੈ ਕਿ ਤੁਹਾਨੂੰ ਹੋਮ ਮਿਨਿਸਟਰੀ ਤੋਂ ਪਰਮਿਸ਼ਨ ਲੈਣੀ ਪਏਗੀ। ਸੋ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਪਰਮਿਸ਼ਨ ਤਾਂ ਬਹੁਤ ਲੰਬਾ ਕੰਮ ਹੈਗਾ। ਸੋ ਦੈਨ ਹੀ ਸੈਡ ਕਿ ਚਲੋ ਮੈਂ ਪਹਿਲਾਂ ਕਢਵਾ ਕੇ ਦੇਖਦਾ। ਫਿਰ ਇੱਕ ਹੋਰ ਰੌਲਾ ਪੈ ਗਿਆ ਕਿਉਂਕਿ ਮਿਊਜ਼ੀਅਮ 'ਚ ਸਾਰੇ ਪਿਸਟਲਾਂ ਦੇ ਉੱਤੇ ਕਾਲਾ ਪੇਂਟ ਕੀਤਾ ਜਾਂਦਾ ਤਾਂ ਕਿ ਉਹਨਾਂ ਨੂੰ ਜੰਗ ਨਾ ਲੱਗੇ ਤੇ ਕਿ ਉਹਨਾਂ ਦੀ ਗਲੇਅਰ ਆਉਂਦੀ। ਤੁਸੀਂ ਦੇਖੋ ਮਿਊਜ਼ੀਅਮ ਦੇ ਵਿੱਚ ਹਰੇਕ ਵੈਪਨ ਦੀ ਗਲੇਅਰ ਆਉਂਦੀ ਹੈਗੀ, ਨਵਾਂ ਲੱਗਦਾ ਹੈ ਜਸਟ ਬਿਕੋਜ਼ ਆਫ ਦੈਟ। ਸੋ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਨੂੰ ਯਾਰ ਪੇਂਟ ਉਤਾਰਵਾਉਣਾ ਪਏਗਾ। ਇਹ ਫੇਰ ਪਰਮਿਸ਼ਨ, ਕਿਉਂਕਿ ਪੇਂਟ ਕਰਕੇ ਤਾਂ ਉਹ ਨੰਬਰ ਵੀ ਉਹਦੇ ਥੱਲੇ ਆ ਗਏ ਸਾਰੇ। ਐਗਜ਼ੈਕਟਲੀ, ਹਾਂਜੀ, ਉਹ ਪੇਂਟ ਕਈ ਵਾਰੀ ਪੇਂਟ ਹੋ ਗਿਆ ਹੋਣਾ ਇੰਨੇ ਸਾਲਾਂ ਵਿੱਚ ਨਾ ਕਿ ਉਸ ਦਾ ਨੰਬਰ ਨਹੀਂ ਸੀ ਹੈਗਾ। ਸੋ ਬਿਲਕੁਲ ਜੇ ਤੁਸੀਂ ਦੇਖੋ ਤਾਂ ਆ ਨੰਬਰ ਹੈਗਾ ਉਹਦਾ ਜਿਹੜਾ ਲਿਖਿਆ ਹੋਇਆ। ਹਾਂਜੀ, ਬਹੁਤ ਛੋਟਾ ਜਿਹਾ ਨੰਬਰ ਹੈ ਜੋ ਕਿ ਪੇਂਟ ਦੇ ਵਿੱਚ ਹੋਏਗਾ। 168896। ਸੋ ਦਰਸ਼ਕ ਦੇਖ ਸਕਦੇ ਨੇ ਇਹਨਾਂ ਨੇ ਟਾਈਟਲ ਤੇ ਜਿਹੜਾ ਕਿਤਾਬ ਦਾ ਟਾਈਟਲ ਹੈ, ਇੱਥੇ ਛੋਟਾ ਜਿਹਾ ਨੰਬਰ ਹੈ
ਜਿੱਥੋਂ ਸਾਰੀ ਕਹਾਣੀ ਇਸ ਪਿਸਟਲ ਦੀ ਪਤਾ ਲੱਗੀ। ਅੱਛਾ, ਫਿਰ ਉਸ ਤੋਂ ਬਾਅਦ ਜੀ? ਸੋ ਉਹਨਾਂ ਨੇ ਆਪਣੇ ਰਿਸਕ ਦੇ ਉੱਤੇ, ਆਈਜੀ ਪੰਕਜ ਨੇ ਆਪਣੇ ਰਿਸਕ ਦੇ ਉੱਤੇ ਉਹਨਾਂ ਨੇ ਪਿਸਟਲਸ ਦੇ ਸਾਰੇ ਕਢਵਾਏ ਅਤੇ ਉਹਨਾਂ ਦਾ ਪੇਂਟ ਸਾਫ਼ ਕਰਵਾਉਣਾ ਸ਼ੁਰੂ ਕੀਤਾ। ਮੈਨੂੰ ਯਾਦ ਹੈ ਰਾਤ ਦੇ 10:30 ਵਜੇ ਦੇ ਕਰੀਬ ਸੀ ਜਦੋਂ ਉਹਨਾਂ ਦਾ ਮੈਨੂੰ ਫੋਨ ਆਇਆ ਤੇ ਉਹ ਬਹੁਤ ਐਕਸਾਈਟਮੈਂਟ ਵਿੱਚ ਬੋਲੇ, ਜੁੱਪੀ ਕਹਿਣ ਲੱਗ ਪਏ ਸੀ ਮੇਰਾ ਛੋਟੇ ਨਾਂ ਤੋਂ, ਵੀ ਜੁੱਪੀ ਤੇਰੀ ਪਿਸਤੌਲ ਮਿਲ ਗਈ ਹੈ। ਭਗਤ ਸਿੰਘ ਦੀ ਪਿਸਤੌਲ ਨੂੰ ਜਦੋਂ ਉਹਨਾਂ ਨੇ ਮੇਰੀ ਪਿਸਤੌਲ ਕਹੀ, ਮੈਂ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਿਆ ਸੀ ਉਸ ਟਾਈਮ। ਮੈਂ ਐਕਸਾਈਟਿਡ ਵੀ ਸੀ, ਖੁਸ਼ ਵੀ ਸੀਗਾ। ਤੇ ਫਿਰ ਅਸੀਂ ਅਗਲੇ ਦਿਨ ਬੰਦਾ ਸੋਚਦਾ ਕਿ ਇੱਕ ਜੰਗ ਜਿੱਤ ਲਈ ਮੈਂ, ਇੱਕ ਉਹ ਉਸ ਸੂਰਬੀਰ ਦੀ ਇੱਕ ਨਿਸ਼ਾਨੀ ਜਿਹੜੀ ਪੂਰਾ ਭਾਰਤ ਨੂੰ ਹੁਣ ਪਤਾ ਲੱਗੇਗੀ, ਜਿਹੜੀ ਇਤਿਹਾਸ ਦੇ ਪੰਨਿਆਂ 'ਚ ਰੁੱਲ ਗਈ ਸੀ, ਕਿਤੇ ਰੁੱਲ ਵੀ ਗਈ ਸੀ। ਨਾਲੇ ਇਹ ਸਾਈਨ ਹੈ ਸਾਡੀ ਆਜ਼ਾਦੀ ਮੂਵਮੈਂਟ ਦਾ, ਸਾਈਨ ਹੈ, ਇੱਕ ਸਾਈਨ ਹੈਗਾ ਤੇ ਭਗਤ ਸਿੰਘ ਜੀ ਦੀ ਸੋਚ ਦਾ ਇਹ ਸਿੰਬਲ ਹੈਗਾ ਕਿ ਉਹਨਾਂ ਨੂੰ ਪ੍ਰਤੀਕ ਹੈਗਾ ਉਸ ਦਾ। ਸੋ ਅਗਲੇ ਦਿਨ ਅਸੀਂ ਨਿਊਜ਼ ਕੈਰੀ ਕੀਤੀ ਕਿ ਉੱਥੇ ਮਿਲ ਗਈ ਹੈ। ਸੋ ਸਾਨੂੰ ਉਹਨਾਂ ਦੀ ਫੋਟੋ ਵੀ ਚਾਹੀਦੀ ਸੀ। ਸੋ ਮੈਂ ਸਪੈਸ਼ਲ ਇੰਦੌਰ ਗਿਆ ਪ੍ਰੋਪਰ ਪਰਮਿਸ਼ਨ ਲੈ ਕੇ, ਕਿਉਂਕਿ ਉੱਥੇ ਵਿਜ਼ਿਟ ਨਹੀਂ ਕਰ ਸਕਦੇ। ਉੱਥੇ ਜਾ ਕੇ ਉਹਨਾਂ ਨੇ ਪਿਸਟਲ ਜਿਵੇਂ ਰੱਖਿਆ ਹੋਇਆ ਸੀ ਉਹਨਾਂ ਨੇ ਉਵੇਂ ਹੀ ਉਹਨੂੰ ਰੱਖਤਾ। ਇੱਕ ਗਲਾਸ ਕੇਸ ਹੈ ਜਿਹਦੇ 13-14 ਵੈਪਨਸ ਰੱਖੇ ਹੋਏ ਨੇ ਤੇ ਉਹਦੇ ਵਿੱਚ ਉਹ ਪਿਸਟਲ ਰੱਖਿਆ ਗਿਆ। ਹਾਂਜੀ। ਐਂਡ ਮੈਂ ਉਹਨਾਂ ਨੂੰ ਸਿਰਫ ਇੱਕ ਗੱਲ ਕਹੀ, ਮੈਂ ਕਿਹਾ ਜੀ ਮੈਂ ਇਸ ਨੂੰ ਟੱਚ ਕਰ ਸਕਦਾ ਪਿਸਟਲ ਨੂੰ? ਉਹ ਕਹਿੰਦੇ ਕੋਈ ਚੱਕਰ ਨਹੀਂ ਹੈ। ਸੋ ਉਹਨਾਂ ਨੇ ਉਹਨੂੰ ਕਢਵਾਇਆ ਤੇ ਜਦੋਂ ਮੈਂ ਉਸ ਪਿਸਟਲ ਨੂੰ ਆਪਣੇ ਹੱਥ ਵਿੱਚ ਫੜਿਆ, ਮੈਨੂੰ ਲੱਗਦਾ ਸੀ ਕਿ ਮੇਰੀ ਲਾਈਫ ਦਾ ਇਹ ਡਿਫਾਈਨਿੰਗ ਮੂਮੈਂਟ ਹੈ। ਜੋ ਮੈਂ ਜ਼ਿੰਦਗੀ 'ਚ ਕੀਤਾ, ਜਿੰਨੀ ਮਿਹਨਤ ਕੀਤੀ ਹੈ ਜਰਨਲਿਜ਼ਮ 'ਚ, ਤੇ ਉਹ ਸਭ ਇਹੀ ਹੈ। ਹੁਣ ਮੈਨੂੰ ਇਸ ਤੋਂ ਬਾਅਦ ਹੋਰ ਕੁਝ ਨਹੀਂ ਚਾਹੀਦਾ। ਉਹ ਪਿਸਤੌਲ ਜਿਹੜਾ ਭਗਤ ਸਿੰਘ ਨੇ ਆਜ਼ਾਦੀ ਦੀ ਲੜਾਈ ਲੜੀ ਹੈ ਤੇ ਉਹ ਉਹਨਾਂ ਹੱਥਾਂ ਨਾਲ ਹੀ ਮੈਂ ਆਪਣੇ ਹੱਥਾਂ ਨਾਲ ਫੜਿਆ। ਤੇ ਕੱਲਾ ਮੈਂ ਹੀ ਨਹੀਂ ਰੋਇਆ ਉਸ ਦਿਨ, ਮੈਂ ਆਈਜੀ ਪੰਕਜ ਵੀ ਰੋਏ ਨੇ, ਉੱਥੇ ਬੇਦੀ ਸਾਹਿਬ ਸੀਗੇ ਅਤੇ ਉੱਥੇ ਇੰਨਾ ਰੌਲਾ ਪੈ ਗਿਆ। ਉੱਥੇ 1000 ਦੇ ਕਰੀਬ ਫੈਮਿਲੀਜ਼ ਪਲੱਸ ਕੈਡਟ ਸੀਗੇ। ਉਹ ਇੰਨਾ ਮੈਂ ਲੋਕਾਂ ਨੂੰ ਨਾ ਕਿਸੇ ਰਿਲੀਜੀਅਸ ਪਲੇਸ 'ਚ ਮੱਥਾ ਟੇਕਦੇ ਹੋਏ ਨਹੀਂ ਦੇਖਿਆ। ਉਹਨਾਂ ਨੇ ਇੱਕ ਪ੍ਰੋਪਰ ਟਰੇ ਦੇ ਉੱਤੇ ਪਿਸਟਲ ਰੱਖ ਕੇ ਲੋਕਾਂ ਦੇ ਦਰਸ਼ਨ ਕਰਵਾਏ ਤੇ ਇੰਡੀਆ ਦੇ ਕਿਹੜੇ ਕੋਨੇ ਤੋਂ ਉੱਥੇ ਲੋਕ ਨਹੀਂ ਸੀ ਆਏ, ਅਸਾਮ ਤੋਂ, ਮੇਘਾਲਿਆ ਤੋਂ, ਕਿਤੋਂ ਕੈਡਟ ਆਏ ਹੋਏ ਸੀ। ਹਰੇਕ ਨੂੰ ਭਗਤ ਸਿੰਘ ਨੂੰ ਮੈਂ ਸਲਾਮੀ ਦਿੰਦੇ ਦੇਖਿਆ। ਇਸ ਤੋਂ ਵੱਡੀ ਸਲਾਮੀ ਕੋਈ ਨਹੀਂ ਦੇ ਸਕਦਾ ਹੈ। ਇਸ ਤੋਂ ਵੱਡੀ ਪ੍ਰਾਪਤੀ ਵੀ ਕੋਈ ਹੋਰ ਹੋ ਨਹੀਂ ਸਕਦੀ। ਹਾਂਜੀ, ਬਿਲਕੁਲ। ਜੁਪਿੰਦਰਜੀਤ ਹੋਰਾਂ ਨਾਲ ਗੱਲਬਾਤ ਜਾਰੀ ਰੱਖਾਂਗੇ। ਭਗਤ ਸਿੰਘ ਨੂੰ ਨੇੜਿਓਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ